ਲੜੀਵਾਰ ਕਥਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਵਰੂਪ ਦੀ ਆਪਾਂ ਵਿਚਾਰ ਰਹੇ ਹਾਂ। ਗੋਂਡ ਰਾਗ ਵਿੱਚ ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜਗਤਨਾਥ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਹਨ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਂਡ ਮਹੱਲਾ ਪੰਜਵਾ। ਨਿਮਾਨੇ ਕੋ ਜੋ ਦੇਤੋ ਮਾਨ। ਗੋਂਡ ਰਾਗ ਹੈ। ਪੰਜਵੇਂ ਪਾਤਸ਼ਾਹ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਨੇ। ਅਕਾਲ ਪੁਰਖ ਕੈਸਾ ਹੈ, ਉਹਦਾ ਸੁਭਾਅ ਹੈ ਕਿ ਜਿਹੜਾ ਕੋਈ ਨਿਮਾਣਾ ਬਣ ਕੇ ਉਹਦੀ ਸ਼ਰਨ ਚ ਆਉਂਦਾ, ਉਸ ਨਿਮਾਣੇ ਨੂੰ ਉਹ ਮਾਣ ਬਖਸ਼ਦਾ। ਸੰਸਾਰੀ ਲੋਕਾਂ ਦੀ ਦ੍ਰਿਸ਼ਟੀ 'ਚ ਕੋਈ ਨਿਮਾਣਾ ਬੰਦਾ ਹੋਵੇ, ਕੋਈ ਗਰੀਬੜਾ ਹੋਵੇ, ਧਨ ਵਿਹੂਣਾ ਹੋਵੇ, ਉਹਨੂੰ ਸਮਾਜ ਵਿੱਚ ਤਿਰਸਕਾਰ ਮਿਲਦਾ, ਅਨਾਦਰ ਮਿਲਦਾ। ਅਕਾਲ ਪੁਰਖ ਨਿਰੰਕਾਰ ਦੀ ਇਹ ਵਡਿਆਈ ਹੈ ਕਿ ਉਹਦੇ ਚਰਨਾਂ ਦੀ ਸ਼ਰਨ ਵਿੱਚ ਕੋਈ ਵੀ ਆ ਜੇ ਨਿਮਾਣਾ ਬਣ ਕੇ, ਭਾਵੇਂ ਉਹ ਧਨਵਾਨ ਹੋਵੇ, ਭਾਵੇਂ ਉਹ ਨਿਰਧਨ ਹੋਵੇ, ਰਾਜਾ ਹੋਵੇ, ਭਾਵੇਂ ਭਿਖਾਰੀ ਹੋਵੇ, ਜਿਹੜਾ ਸਾਹਿਬ ਦੇ ਚਰਨਾਂ 'ਚ ਨਿਮਾਣਾ ਬਣ ਕੇ ਆ ਗਿਆ, ਸਾਹਿਬ ਨੇ ਉਹਨੂੰ ਮਾਣ ਬਖਸ਼ ਦਿੱਤਾ। ਨਿਮਾਣਿਆਂ ਨੂੰ ਮਾਣ ਦੇਣਾ ਇਹ ਮੇਰੇ ਸਾਹਿਬ ਦਾ ਸੁਭਾਅ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੀ ਗਲਵੱਕੜੀ 'ਚ ਲੈ ਕੇ ਕਹਿੰਦੇ ਹਨ, ਪੁਰਖਾ ਤੈਂ ਨਿਮਾਣਿਆਂ ਦਾ ਮਾਣ ਹੋਵੇਗਾ, ਨਿਮਾਣਿਆਂ ਦਾ ਮਾਣ ਹੋਵੋਗੇ ਤੁਸੀਂ। ਇੱਥੇ ਪੰਜਵੇਂ ਪਾਤਸ਼ਾਹ ਕਹਿ ਰਹੇ ਨੇ, ਨਿਮਾਨੇ ਕੋ ਜੋ ਦੇਤੋ ਮਾਨ। ਅਕਾਲ ਪੁਰਖ ਵਾਹਿਗੁਰੂ ਜੀ ਨਿਮਾਣਿਆਂ ਨੂੰ ਮਾਣ ਬਖਸ਼ਦੇ ਹਨ। ਜਿਸ ਕਾ ਨਾਹੀ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ। ਕਹਿੰਦੇ ਜਿਹਦਾ ਕੋਈ ਨਹੀਂ ਉਹਦਾ ਅਕਾਲ ਪੁਰਖ ਹੈ, ਉਹਦਾ ਪਰਮੇਸ਼ਰ ਹੈ। ਤੇ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਪੰਥ ਵੱਲੇ ਵੇਖਿਆ, ਆਪਣੇ ਸਿੱਖਾਂ ਵੱਲ ਵੇਖਿਆ, ਵੇਖਿਆ ਭਾਈ ਮਾਨ ਸਿੰਘ ਜੀ ਵਰਗੇ ਯੋਧੇ ਖੜੇ ਹੈ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਵਰਗੇ, ਭਾਈ ਆਲਮ ਸਿੰਘ ਜੀ ਵਰਗੇ ਨਿਮਾਣੇ ਬਣ ਕੇ ਗੁਰੂ ਚਰਨਾਂ 'ਚ ਖੜੇ ਨੇ। ਉਹਨਾਂ ਵੱਲ ਵੇਖ ਕੇ ਮੇਰੇ ਸਾਹਿਬ ਨੇ ਬਚਨ ਕਹੇ, ਇਨ ਗਰੀਬ ਸਿੱਖਨ ਕੋ ਦੈਹੋਂ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ। ਸਾਹਿਬ ਜੀ ਨਿਮਾਣਿਆਂ ਨੂੰ ਮਾਣ ਬਖਸ਼ਦੇ ਹਨ। ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਹੰਕਾਰੀਆਂ ਨੂੰ ਪਿੱਠ ਦੇਣਾ ਔਰ ਭਗਤ ਨਾਮਦੇਵ ਜੀ ਵਰਗੇ ਨਿਮਾਣੇ ਬਣ ਕੇ ਜਿਹੜੇ ਮੰਦਰ ਚੋਂ ਕੱਢ ਦਿੱਤੇ ਗਏ, ਪਿਛਲੇ ਪਾਸੇ ਜਾ ਬੈਠੇ, ਉਹਦੇ ਵੱਲ ਮੁਖ ਕਰ ਲਿਆ ਤੇ ਹੰਕਾਰੀ ਪੰਡਿਆਂ ਨੂੰ ਆਪਣੀ ਪਿੱਠ ਵਿਖਾ ਦਿੱਤੀ। ਪੰਡਿਅਨ ਕੋ ਪਿਛਵਾਰ ਲਾ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸੁਭਾਅ ਹੈ ਕਿ ਜੋ ਨਿਮਾਣੇ ਹਨ ਉਹਨਾਂ ਨੂੰ ਵਾਹਿਗੁਰੂ ਜੀ ਮਾਣ ਬਖਸ਼ਦੇ ਹਨ। ਸਗਲ ਭੁਖੇ ਕਉ ਕਰਤਾ ਦਾਨ। ਜਿਹੜੇ ਸੰਸਾਰ ਵਿੱਚ ਸਮਸਤ ਜੀਵ ਭੁੱਖੇ ਨੇ, ਉਹਨਾਂ ਸਮਸਤ ਭੁੱਖਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਕਰਤਾ ਬਣ ਕੇ ਦਾਨ ਦੇਣ ਵਾਲੇ ਹਨ। ਸਮਸਤ ਭੁੱਖਿਆਂ ਨੂੰ ਦਾਨ ਦੇ ਕੇ ਰਜਾਣ ਵਾਲੇ ਹਨ। ਸਰਬ ਘੋਰ ਮਹਿ ਰਾਖਨ ਹਾਰ। ਵਾਹਿਗੁਰੂ ਕਿਹੋ ਜਿਹਾ ਦਿਆਲੂ ਹੈ। ਗਰਭ ਘੋਰ ਵਿੱਚ, ਮਾਤਾ ਦਾ ਗਰਭ ਆਸ਼ਾ ਜਿੱਥੇ ਘੋਰ ਅੰਧਕਾਰ ਹੈ, ਉਸ ਗਰਭ ਆਸ਼ੇ ਦੇ ਵਿੱਚ, ਘੋਰ ਗਰਭ ਵਿੱਚ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀ ਰੱਖਣਹਾਰੇ ਹੋ ਕੇ ਰੱਖਦੇ ਹਨ। ਉੱਥੇ ਵੀ
ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਰੱਖਣੇ ਵਾਲੇ ਹਨ। ਇਸ ਠਾਕੁਰ ਕੋ ਸਦਾ ਨਮਸਕਾਰ। ਜਿਹੜਾ ਭੁੱਖਿਆਂ ਨੂੰ ਦਾਨ ਦੇਣ ਵਾਲਾ ਹੈ, ਜਿਹੜਾ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ, ਤੇ ਜਿਹੜਾ ਗਰਭ ਘੋਰ ਵਿੱਚ ਰੱਖਣੇ ਵਾਲਾ ਅਕਾਲ ਪੁਰਖ ਹੈ, ਕਹਿੰਦੇ ਐਸੇ ਠਾਕੁਰ ਨੂੰ, ਐਸੇ ਵਾਹਿਗੁਰੂ ਨੂੰ ਮੇਰੀ ਸਦਾ ਹੀ ਨਮਸਕਾਰ ਹੈ। ਤਿਸ ਠਾਕੁਰ ਕੋ ਸਦਾ ਨਮਸਕਾਰ, ਤਿਸ ਠਾਕੁਰ ਨੂੰ, ਤਿਸ ਅਕਾਲ ਪੁਰਖ ਨੂੰ ਮੇਰੀ ਸਦਾ ਹੀ ਨਮਸਕਾਰ ਹੈ। ਐਸੋ ਪ੍ਰਭ ਮਨ ਮਾਹੇ ਧਿਆਏ। ਰਹਾਉ ਦੀਆਂ ਪੰਕਤੀਆਂ ਚ ਪਾਤਸ਼ਾਹ ਉਚਾਰਦੇ ਹਨ, ਹੇ ਮੇਰਿਆ ਮਨਾ, ਜਿਹੜਾ ਐਸਾ ਦਿਆਲੂ ਪ੍ਰਭੂ ਹੈ ਉਹਨੂੰ ਤੂੰ ਸਦਾ ਆਪਣੇ ਮਨ ਵਿੱਚ ਧਿਆ, ਸਦਾ ਉਹਦੀ ਆਪਣੇ ਹਿਰਦੇ ਚ ਆਰਾਧਨਾ ਕਰ। ਘਾਟ ਅਵ ਘਾਟ ਜਤ ਕਤ ਹੈ ਸਹਾਏ। ਜਿਹੜਾ ਹਰ ਜਗ੍ਹਾ ਤੇ ਹਰ ਘਟ ਵਿੱਚ, ਜਿੱਥੇ ਅਵਘਟ ਸਮਾਂ ਹੋਵੇ, ਔਖਾ ਭੀੜਾ ਸਮਾਂ ਹੋਵੇ, ਜਿੱਥੇ ਕਿੱਥੇ ਹਰ ਜਗ੍ਹਾ ਤੇ ਜਿੱਥੇ ਉਹਨੂੰ ਆਰਾਧੇਗਾ ਉੱਥੇ ਹੀ ਸਹਾਇਤਾ ਕਰਨੇ ਵਾਲਾ ਹੈ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਉਹ ਹਰ ਜਗ੍ਹਾ ਤੇ ਮਦਦਗਾਰ ਹੈ, ਸਹਾਇਤਾ ਕਰਨ ਵਾਲਾ ਹੈ। ਰਹਾਉ ਰੰਕ ਰਾਉ ਜਾ ਕੈ ਏਕ ਸਮਾਨ। ਜਿਸ ਦੀ ਦ੍ਰਿਸ਼ਟੀ ਵਿੱਚ ਰਾਜਾ ਔਰ ਰੰਕ ਦੋਵੇਂ ਇੱਕ ਸਮਾਨ ਨੇ। ਮਾਫ ਕਰਨਾ, ਸਾਡਾ ਨਜ਼ਰੀਆ ਇੱਕਦਮ ਬਦਲ ਜਾਂਦਾ ਹੈ। ਕੋਈ ਸਧਾਰਨ ਜਿਹਾ ਵਿਅਕਤੀ ਸਾਦੇ ਜਿਹੇ ਵਸਤਰ ਪਹਿਨ ਕੇ ਸਾਡੇ ਸਾਹਮਣੇ ਆਵੇ, ਅਸੀਂ ਕਹਿੰਦੇ ਹਾਂ ਕੋਈ ਸਧਾਰਨ ਵਿਅਕਤੀ, ਉਹਦੇ ਪ੍ਰਤੀ ਸਾਡੇ ਹਿਰਦੇ 'ਚ ਉਹ ਤਵੱਜੋ ਨਹੀਂ ਹੋਵੇਗੀ। ਜਦੋਂ ਉਹ ਦੱਸ ਦੇਵੇ ਕਿ ਮੈਂ ਫਲਾਣੀ ਪਦਵੀ ਤੇ ਹਾਂ ਜਾਂ ਫਲਾਣੇ ਸ਼ਹਿਰ ਵਿੱਚ ਫਲਾਣੀ ਜਗ੍ਹਾ ਤੇ ਮੇਰੇ ਕੋਲ ਆਹ ਸਟੇਟਸ ਹੈ, ਆਹ ਪਦਵੀ ਹੈ, ਇੱਕ ਅੱਖ ਦੇ ਫੋਰ ਵਿੱਚ ਉਸੇ ਵਕਤ ਉਹਦੇ ਪ੍ਰਤੀ ਸਾਡਾ ਨਜ਼ਰੀਆ ਬਦਲ ਜਾਂਦਾ, ਕਿਉਂਕਿ ਸਾਡੀ ਬਿਰਤੀ ਸਮਾਨ ਨਹੀਂ। ਮੇਰੇ ਸਾਹਿਬ ਜੀ ਦੀ ਦ੍ਰਿਸ਼ਟੀ ਇੱਕ ਸਮਾਨ ਹੈ। ਪੰਥ ਦੇ ਬੜੇ ਮਹਾਨ ਪ੍ਰਸਿੱਧ ਵਿਦਵਾਨ ਕਵੀ ਹੋਏ ਡਾਕਟਰ ਭਾਈ ਵੀਰ ਸਿੰਘ ਜੀ, ਉਹਨਾਂ ਨੂੰ ਆਪਣੀ ਸਾਰੀ ਜ਼ਿੰਦਗੀ 'ਚ ਇਸ ਗੱਲ ਦਾ ਪਛਤਾਵਾ ਰਿਹਾ। ਇੱਕ ਵਾਰ ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਅਕਾਲੀ ਕੌਰ ਸਿੰਘ ਜੀ ਨਿਹੰਗ ਸਿੰਘ, ਜਿਨ੍ਹਾਂ ਦੇ ਸਰੀਰ ਦਾ ਅੰਤਮ ਸੰਸਕਾਰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਕੰਪਲੈਕਸ ਵਿੱਚ ਹੀ ਹੋਇਆ ਸੀ ਪਟਿਆਲੇ। ਮਹਾਨ ਮਾਰਤੰਡ ਵਿਦਵਾਨ ਔਰ ਬਾਣੀ ਦੇ ਰੰਗ ਵਿੱਚ ਰੰਗੇ ਰਹਿਣ ਵਾਲੇ ਭਜਨੀਕ ਮਹਾਂਪੁਰਸ਼ ਸਨ ਅਕਾਲੀ ਕੌਰ ਸਿੰਘ ਜੀ। ਤੇ ਨਿਹੰਗ ਸਿੰਘਾਂ ਦਾ ਬਾਣਾ ਤੇ ਸੀਸ ਦੇ ਉੱਤੇ ਫਰਲਾ ਹੁੰਦਾ, ਨਿਸ਼ਾਨ ਸਾਹਿਬ ਦਾ ਜਿਹੜਾ ਕੱਪੜਾ ਹੋਣਾ ਮੋਟਾ ਖੱਦਰ ਵਾਲਾ, ਉਹ ਹੀ ਸੀਸ ਦੇ ਉੱਤੇ ਲਪੇਟਿਆ ਹੋਣਾ। ਕਈ ਵਾਰੀ ਸਰੀਰ ਦੇ ਉੱਤੇ ਚੋਲਾ ਵੀ ਜਿਹੜਾ ਹੈ ਉਹ ਮਸਤਾਨਾ ਹੀ ਪਾਇਆ ਹੋਣਾ। ਇੱਕ ਦਿਨ ਭਾਈ ਵੀਰ ਸਿੰਘ ਜੀ ਨੂੰ ਮਿਲਣ ਵਾਸਤੇ ਉਹਨਾਂ ਦੇ ਘਰ ਗਏ। ਬਾਹਰ ਸੇਵਾਦਾਰ ਸੀ। ਅਕਾਲੀ ਜੀ ਨੇ ਕਿਹਾ ਕਿ ਭਾਈ ਵੀਰ ਸਿੰਘ ਨੂੰ ਆਖੋ ਵੀ ਇੱਕ ਗੁਰੂ ਕਾ ਸਿੰਘ ਆਇਆ ਮਿਲਣ ਉਹਨਾਂ ਨੂੰ। ਨਾਂ ਨਹੀਂ ਦੱਸਿਆ ਆਪਣਾ। ਭਾਈ ਵੀਰ ਸਿੰਘ ਜੀ ਕੁਝ ਲਿਖ ਰਹੇ ਸੀ, ਵਿਅਸਤ ਸੀ। ਜਦੋਂ ਜਾ ਕੇ ਸੇਵਾਦਾਰ ਨੇ ਦੱਸਿਆ ਵੀ ਇੱਕ ਸਿੰਘ ਆਇਆ ਹੈ, ਕੋਈ ਗੁਰੂ ਕਾ ਸਿੱਖ ਹੈ। ਭਾਈ ਵੀਰ ਸਿੰਘ ਨੇ ਪੁੱਛਿਆ ਕੌਣ? ਕਹਿੰਦੇ ਕੋਈ ਨਿਹੰਗ ਸਿੰਘ ਹੈ। ਭਾਈ ਸਾਹਿਬ ਨੇ ਸੋਚਿਆ ਹੋਣਾ ਕੋਈ ਮਸਤਾਨਾ ਦੀਵਾਨਾ, ਵੀ ਨਿਹੰਗ ਸਿੰਘ ਚੱਕਰਵਰਤੀ ਹੁੰਦੇ ਕੋਈ ਆ ਗਿਆ ਹੋਵੇਗਾ, ਕੋਈ ਮਸਤਾਨਾ ਦੀਵਾਨਾ ਹੋਵੇਗਾ। ਭਾਈ ਸਾਹਿਬ ਨੇ ਤਵੱਜੋ ਨਾ ਦਿੱਤੀ ਤੇ ਬਾਹਰ ਨਹੀਂ ਆਏ ਮਿਲਣ। ਉਹਨੂੰ ਕਹਿੰਦੇ ਵੀ ਮੇਰੇ ਕੋਲ ਹਾਲੇ ਟਾਈਮ ਨਹੀਂ ਹੈ, ਜਾ ਕੇ ਕਹਿ ਦਿਓ ਵੀ ਮੇਰੇ ਕੋਲ ਸਮਾਂ ਨਹੀਂ ਹਾਲੇ ਮਿਲਣ ਦਾ। ਉਹ ਬਾਹਰ ਆਇਆ, ਉਹਨੇ ਆ ਕੇ ਭਾਈ ਅਕਾਲੀ ਕੌਰ ਸਿੰਘ ਜੀ ਨੂੰ ਆਖਿਆ ਵੀ ਭਾਈ ਸਾਹਿਬ ਕਹਿੰਦੇ ਵੀ ਮੇਰੇ ਕੋਲ ਹਾਲੇ ਮਿਲਣ ਦਾ ਟਾਈਮ ਨਹੀਂ ਹੈ, ਸਮਾਂ ਨਹੀਂ ਹੈ। ਅਕਾਲੀ ਜੀ ਉੱਥੋਂ ਵਾਪਸ ਖਲੋਤੇ ਖਲੋਤੇ ਵਾਪਸ ਪਰਤ ਗਏ।
ਬਾਹਰ ਆਏ ਤੇ ਉਹਨਾਂ ਨੂੰ ਪਤਾ ਲੱਗਾ, ਛਾਪ ਪੁੱਛੀ ਵੀ ਕਿਹੋ ਜਿਹੇ ਸਨ। ਫਿਰ ਸਮਝ ਆਈ ਵੀ ਉਹ ਤਾਂ ਅਕਾਲੀ ਕੌਰ ਸਿੰਘ ਸੀ। ਭੱਜੇ ਗਏ ਪਿੱਛੇ ਪਿੱਛੇ, ਹਲੇ ਰਸਤੇ 'ਚ ਹੀ ਜਾਂਦੇ ਸੀ। ਅੱਗੇ ਜਾ ਕੇ ਰੋਕ ਕੇ ਫਤਿਹ ਗਜਾਈ, ਅਕਾਲੀ ਜੀ ਨੂੰ ਰੋਕਿਆ। ਕਹਿੰਦੇ ਜੀ ਠਹਿਰੋ। ਅਕਾਲੀ ਕੌਰ ਸਿੰਘ ਨੇ ਆਖਿਆ, ਵੀਰ ਸਿੰਘ, ਜਿਸ ਬੰਦੇ ਕੋਲ ਗੁਰੂ ਦੇ ਸਿੰਘ ਵਾਸਤੇ ਸਮਾਂ ਨਹੀਂ, ਉਹਦੇ ਵਾਸਤੇ ਅਕਾਲੀ ਕੌਰ ਸਿੰਘ ਕੋਲ ਵੀ ਸਮਾਂ ਨਹੀਂ। ਜਾ ਚਲਾ ਜਾ। ਉਹਦੇ ਕੋਲ, ਅਕਾਲੀ ਕੌਰ ਸਿੰਘ ਕੋਲ ਵੀ ਉਹਦੇ ਵਾਸਤੇ ਸਮਾਂ ਨਹੀਂ ਹੈ। ਮੇਰਾ ਨਾਮ ਵਿਸ਼ੇਸ਼ਤਾ ਨਹੀਂ ਰੱਖਦਾ ਕਿ ਮੈਂ ਕੌਰ ਸਿੰਘ ਆ ਜਾਂ ਕੋਈ ਹੋਰ ਸਿੰਘ ਆ। ਇੱਕ ਸਿੰਘ ਹੋਣਾ ਹੀ ਤੇਰੇ ਲਈ ਕਾਫੀ ਸੀ ਕਿ ਗੁਰੂ ਕਲਗੀਧਰ ਦਾ ਕੋਈ ਸਿੰਘ ਆਇਆ ਬਾਣੇ ਵਾਲਾ, ਬਾਣੀ ਪੜਨ ਵਾਲਾ। ਖਾਲਸਾ ਜੀ, ਸਾਡੀ ਦ੍ਰਿਸ਼ਟੀ 'ਚ ਸਮਾਨਤਾ ਨਹੀਂ। ਇਸ ਗੱਲ ਦਾ ਪਛਤਾਵਾ ਡਾਕਟਰ ਭਾਈ ਵੀਰ ਸਿੰਘ ਜੀ ਨੂੰ, ਨਿਰਮਲ ਹਿਰਦਾ ਸੀ ਨਾ, ਸਾਰੀ ਜ਼ਿੰਦਗੀ ਰਿਹਾ ਕਿ ਅਕਾਲੀ ਜੀ ਮੇਰੇ ਦਰਵਾਜ਼ੇ ਤੋਂ ਵਾਪਸ ਚਲੇ ਗਏ ਸਨ। ਸਾਹਿਬ ਦੀ ਦ੍ਰਿਸ਼ਟੀ ਵਿੱਚ ਇੱਕ ਰੰਕ ਤੇ ਰਾਜਾ ਦੋਵੇਂ ਹੀ ਇੱਕ ਸਮਾਨ ਨੇ। ਬੜੀ ਵੱਡੀ ਅਵਸਥਾ ਹੈ ਇਹ, ਸਮਾਨ ਦ੍ਰਿਸ਼ਟੀ। ਜੈਸਾ ਰੰਕ ਹੋਵੇ ਵੈਸਾ ਹੀ ਰਾਜਾ, ਉਹ ਦੋਨਾਂ ਨੂੰ ਇੱਕ ਸਮਾਨ ਕਰਕੇ ਵੇਖਣਾ। ਇਹ ਮੇਰੇ ਸਾਹਿਬ ਦੀ ਦ੍ਰਿਸ਼ਟੀ ਹੈ ਕਿ ਸਦਾ ਪਾਤਸ਼ਾਹ ਰੰਕ ਰਾਓ ਜਾ ਕੇ ਇੱਕ ਸਮਾਨ, ਇੱਕ ਭਿਖਾਰੀ ਔਰ ਇੱਕ ਰਾਜਾ, ਜਿਨ੍ਹਾਂ ਦੀ ਦ੍ਰਿਸ਼ਟੀ ਵਿੱਚ ਇੱਕ ਸਮਾਨ ਹਨ। ਕੀਟ ਹਸਤ ਸਗਲ ਪੁਰਾਨ। ਕੀੜੀ ਤੇ ਹਾਥੀ ਦੋਨਾਂ ਨੂੰ ਇੱਕ ਸਮਾਨ ਦ੍ਰਿਸ਼ਟੀ ਨਾਲ ਵੇਖਣਾ। ਕੋਈ ਹਾਥੀ ਹੈ ਉਹਨੂੰ ਵੀ ਪੂਰਦੇ, ਤੇ ਕੀੜੀ ਹੈ ਤਾਂ ਉਹਨੂੰ ਵੀ ਪੂਰਦੇ ਹਨ। ਇਹ ਨਹੀਂ ਕਿ ਹਾਥੀ ਵੱਡਾ ਤੇ ਉਹਨੂੰ ਪਹਿਲਾਂ ਭਰਨਾ, ਉਹਨੂੰ ਪ੍ਰਸ਼ਾਦੇ ਦਾ ਉਹਦੇ ਪ੍ਰਬੰਧ ਪਹਿਲਾਂ ਕਰਨਾ, ਕੀੜੀ ਹੈ ਤਾਂ ਉਹਦੇ ਲਈ ਬਾਅਦ। ਐਸਾ ਨਹੀਂ। ਕੀੜੀ ਤੇ ਹਾਥੀ ਦੋਨਾਂ ਨੂੰ, ਹਸਤ ਨਾਮ ਹੁੰਦਾ ਹਾਥੀ ਦਾ, ਕੀਟ ਨਾਮ ਹੁੰਦਾ ਕੀੜੀ ਦਾ, ਸਾਰਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪੂਰਨੇ ਵਾਲਾ ਹੈ। ਜੀਉ ਪੁੱਛ ਨ ਮਸਲਤ ਧਰੈ। ਉਹਨੇ ਕਿਸੇ ਨੂੰ ਪੁੱਛਣਾ ਥੋੜੀ ਹੈ। ਬੀਓ ਕਹਿੰਦੇ ਦੂਜੇ ਨੂੰ ਪੁੱਛ ਕੇ ਸਲਾਹ ਨਹੀਂ ਲੈਂਦਾ ਵੀ ਹਾਂ ਦੱਸੇ ਪਹਿਲਾਂ ਹਾਥੀ ਨੂੰ ਪਾਲੀਏ ਕਿ ਕੀੜੀ ਨੂੰ ਪਾਲੀਏ। ਇਹ ਪਹਿਲਾ ਰਾਜਾ ਆਇਆ ਇਹਨੂੰ ਸਿਰੇ ਪਾਉ ਦੇਈਏ, ਜਾਂ ਭਿਖਾਰੀ ਆਇਆ ਪਹਿਲਾਂ ਇਹਨੂੰ ਕਿਤੇ ਬੁਲਾਈਏ। ਉਹਨੇ ਕਿਸੇ ਕੋਲੋਂ ਸਲਾਹ ਥੋੜੀ ਲੈਣੀ ਹੈ। ਜੇ ਸਲਾਹ ਲੈਣੀ ਹੁੰਦੀ ਤੇ ਸਲਾਹ ਲੈ ਦੇਣ ਵਾਲਿਆਂ ਨੇ, ਕਈਆਂ ਨੇ ਕਹਿਣਾ ਸੀ ਜੀ ਇਹਨੂੰ ਪਹਿਲਾਂ ਕਰ ਲਓ ਵੀ ਇਹਦੇ ਨਾਲ ਆਪਣੇ ਕਈ ਕੰਮ ਸਬਰਨੇ। ਐਸਾ ਨਹੀਂ ਹੈ। ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਕਿਸੇ ਦੂਜੇ ਕੋਲੋਂ ਪੁੱਛ ਕੇ ਸਲਾਹ ਨਹੀਂ ਲੈਂਦਾ। ਸਲਾਹ ਉਹਨੂੰ ਲੈਣੀ ਪੈਂਦੀ ਹੈ ਜਿਹੜਾ ਅਲਪੱਗ ਹੋਵੇ, ਜਿਹਨੂੰ ਸੋਝੀ ਨਾ ਹੋਵੇ। ਸਰਬੱਗ ਨੂੰ ਕੀ ਲੋੜ ਆ ਵੀ ਸਲਾਹ ਲੈਣ ਦੀ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਨੂੰ ਨਹੀਂ ਪਤਾ ਵੀ ਹੁਣ ਝੱਟ ਨੂੰ ਕੀ ਹੋਣਾ, ਕੱਲ ਨੂੰ ਕੀ ਹੋਣਾ। ਅਸੀਂ ਕਈਆਂ ਨੂੰ ਪੁੱਛਾਂਗੇ, ਸਲਾਹ ਲਵਾਂਗੇ, ਦੱਸੋ ਜੀ ਇਹ ਕੰਮ ਕਰਨਾ ਚਾਹੁੰਦੇ ਆ, ਕਰੀਏ ਕਿ ਨਾ ਕਰੀਏ, ਕੀ ਇਹਦੇ ਫਾਇਦੇ ਕੀ ਨੁਕਸਾਨ। ਸਾਨੂੰ ਸੋਝੀ ਨਹੀਂ, ਕਿਉਂਕਿ ਅਲਪੱਗ ਆ। ਪਰਮੇਸ਼ਰ ਤਾਂ ਸਰਬੱਗ ਆ। ਹੁਣ ਸਰਬੱਗ ਨੂੰ ਕੀ ਲੋੜ ਹੈ ਸਲਾਹ ਲੈਣ ਦੀ? ਇਸ ਕਰਕੇ ਉਹ ਕਿਸੇ ਦੂਜੇ ਨੂੰ ਪੁੱਛ ਕੇ ਸਲਾਹ ਨਹੀਂ ਲੈਂਦਾ। ਜੋ ਕਿਛ ਕਰੈ ਸੋ ਆਪਹਿ ਕਰੈ। ਉਹ ਵਾਹਿਗੁਰੂ ਜੋ ਕੁਝ ਕਰਦਾ ਆਪ ਹੀ ਕਰਦਾ ਹੈ। ਕਿਸੇ ਦੀ ਸਲਾਹ ਲੈ ਕੇ, ਕਿਸੇ ਦੇ ਸਲਾਹ ਦੇ ਅਨੁਸਾਰ ਨਹੀਂ ਚੱਲਦਾ। ਉਹਨੇ ਜੋ ਕਰਨਾ ਉਹ ਕਰਨਾ ਹੀ ਕਰਨਾ, ਉਹਨੇ ਆਪ ਹੀ ਕਰਨਾ ਹੈ। ਇਸ ਕਰਕੇ ਉਹ ਕਿਸੇ ਕੋਲੋਂ ਨਹੀਂ ਪੁੱਛਦਾ, ਨਾ ਕਿਸੇ ਕੋਲੋਂ ਪੁੱਛ ਕੇ ਸਲਾਹ ਧਰਦਾ ਹੈ। ਜਾ ਕਾ ਅੰਤ ਨ ਜਾਣ ਸਕੋਏ। ਉਹ ਵਾਹਿਗੁਰੂ ਐਸਾ ਸਮਰੱਥ ਹੈ ਵੀ ਉਹਦਾ ਅੰਤ ਨਹੀਂ ਕੋਈ ਜਾਣ ਸਕਦਾ। ਉਹ ਬੇਅੰਤ ਹੈ, ਉਹਦਾ ਅੰਤ ਨਹੀਂ ਜਾਣਿਆ ਜਾ ਸਕਦਾ। ਆਪੇ ਆਪ ਨਿਰੰਜਨ ਸੋਏ। ਉਹ ਆਪ ਹੀ ਆਪ ਹੈ। ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤਾ, ਉਹਨੂੰ ਮਾਇਆ ਨਹੀਂ ਵਿਆਪਦੀ। ਮਾਇਆ ਦੀ ਕਾਲਖ ਤੋਂ ਰਹਿਤ ਹੈ, ਨਿਰੰਜਨ ਹੈ। ਆਪ ਆਕਾਰ ਆਪ ਨਿਰੰਕਾਰ। ਆਪ ਹੀ ਆਕਾਰ ਰੂਪ ਹੈ। ਆ ਜਿੰਨਾ ਆਕਾਰ ਹੈ ਉਸੇ ਦਾ ਹੀ ਹੈ। ਵਿਦਵਾਨ ਕਹਿੰਦੇ ਇਹ ਆਕਾਸ਼ ਜਿਹੜਾ ਨਜ਼ਰ ਆ ਰਿਹਾ ਇਹ ਅਕਾਲ ਪੁਰਖ ਦਾ ਸੀਸ ਹੈ।
ਇਹ ਧਰਤੀ ਜਿਹੜੀ ਨਜ਼ਰ ਆ ਰਹੀ ਹੈ ਇਹ ਅਕਾਲ ਪੁਰਖ ਦਾ ਪ੍ਰਿਸ਼ਟ ਭਾਗ ਹੈ। ਜਿਹੜੇ ਪਾਤਾਲ ਨੇ ਅਕਾਲ ਪੁਰਖ ਦੇ ਚਰਨ ਨੇ, ਜਿਹੜੇ ਪਹਾੜ ਨੇ ਇਹ ਪਹਾੜ ਅਕਾਲ ਪੁਰਖ ਦੇ ਸਰੀਰ ਦੀਆਂ ਹੱਡੀਆਂ ਨੇ, ਨਦੀਆਂ ਇਹ ਅਕਾਲ ਪੁਰਖ ਪਰਮੇਸ਼ਰ ਦੇ ਸਰੀਰ ਦੀਆਂ ਨਾੜੀਆਂ ਨੇ, ਜਿੰਨੀ ਬਨਸਪਤੀ ਹੈ ਇਹ ਅਕਾਲ ਪੁਰਖ ਦੇ ਸਰੀਰ ਦੀ ਰੁਮਾਵਲੀ ਹੈ, ਸਮੁੰਦਰ ਅਕਾਲ ਪੁਰਖ ਦਾ ਪੇਟ ਹੈ, ਚੰਦਰਮਾ ਔਰ ਸੂਰਜ ਇਹ ਅਕਾਲ ਪੁਰਖ ਦੇ ਨੇਤਰ ਨੇ। ਇਹ ਅਕਾਲ ਪੁਰਖ ਦਾ ਵਿਰਾਟ ਰੂਪ ਹੈ, ਜਿੰਨਾ ਵੀ ਆਕਾਰ ਹੈ। ਆਕਾਰ ਰੂਪ ਵੀ ਆਪ ਹੀ ਹੈ ਤੇ ਨਿਰੰਕਾਰ ਰੂਪ ਵੀ ਆਪ ਹੈ, ਜਿਸ ਦਾ ਕੋਈ ਆਕਾਰ ਨਹੀਂ ਹੈ, ਨਿਰਾਕਾਰ ਵੀ ਹੈ। ਇਸ ਕਰਕੇ ਕਹਿੰਦੇ ਆਪ ਆਕਾਰ ਆਪ ਨਿਰੰਕਾਰ, ਆਪ ਹੀ ਆਕਾਰ ਰੂਪ ਹੈ ਔਰ ਆਪ ਹੀ ਨਿਰੰਕਾਰ ਰੂਪ ਹੈ। ਸਰਗੁਣ ਰੂਪ ਵਿੱਚ ਆਕਾਰ ਧਾਰਦਾ ਹੈ ਤੇ ਨਿਰਗੁਣ ਰੂਪ ਵਿੱਚ ਨਿਰਾਕਾਰ ਹੈ। ਘਾਟ 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 ਸਭ ਘਾਟ ਆਧਾਰ। ਜਿਤਨੇ ਘਟ ਨੇ ਸੰਸਾਰ ਵਿੱਚ, ਚਾਹੇ ਪਹਿਲਾਂ ਚਾਹੇ ਹੁਣ ਚਾਹੇ ਅੱਗੇ, ਉਹਨਾਂ ਸਾਰੇ ਘਟਾਂ ਦਾ ਆਧਾਰ, ਉਹਨਾਂ ਸਾਰੇ ਘਟਾਂ ਦਾ ਆਸਰਾ ਉਹ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਹੈ। ਸਗਲ ਘਟਾਂ ਦਾ ਆਧਾਰ ਹੈ। ਜਿਤਨੇ ਵੀ ਸੰਸਾਰ ਦੇ ਘਟ, ਘਟ ਨਾਮ ਆ ਸਾਡੇ ਸਰੀਰਾਂ ਦਾ ਹੈ। ਜਿਤਨੀਆਂ 84 ਲੱਖ ਜੂਨੀਆਂ ਦੇ ਸਰੀਰ ਨੇ ਸਭ ਘਟ ਰੂਪ ਹਨ। ਚਾਹੇ ਉਹ ਬਨਸਪਤੀ ਹੈ ਘਟ ਰੂਪ ਹੈ। ਉਹਨਾਂ ਸਾਰੇ ਘਟਾਂ ਵਿੱਚ ਅਕਾਲ ਪੁਰਖ ਪਰਮੇਸ਼ਰ ਦਾ ਆਧਾਰ ਹੈ, ਆਸਰਾ ਹੈ। ਨਾਮ ਰੰਗ ਭਗਤ ਭੈ ਲਾਲ। ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਅਕਾਲ ਪੁਰਖ ਦੇ ਜਿਹੜੇ ਭਗਤ ਨੇ ਉਹ ਲਾਲ ਹੋ ਗਏ ਨੇ। ਭਗਤ ਭਏ ਲਾਲ, ਪਰਮੇਸ਼ਰ ਦੀ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਅਕਾਲ ਪੁਰਖ ਦੇ ਭਗਤ ਉਹਦੇ ਰੰਗ ਵਿੱਚ ਰੰਗੇ ਹੋਏ ਲਾਲ ਹੋ ਗਏ ਨੇ, ਯਾਨੀ ਕਿ ਉਹਦੇ ਪਿਆਰੇ ਹੋ ਗਏ ਨੇ। ਪਰਮੇਸ਼ਰ ਦੀ ਭਗਤੀ ਦੇ ਗੂੜੇ ਰੰਗ ਵਿੱਚ ਰੱਬ ਦੇ ਪਿਆਰੇ ਭਗਤ ਰੰਗੇ ਗਏ ਨੇ। ਜਾਸ ਕਰਤੇ ਸੰਤ ਸਦਾ ਨਿਹਾਲ। ਪਰਮੇਸ਼ਰ ਦਾ ਜਸ ਕਰਦਿਆਂ ਕਰਦਿਆਂ ਰੱਬ ਦੇ ਪਿਆਰੇ ਸੰਤ ਜਨ ਸਦਾ ਹੀ ਨਿਹਾਲ ਰਹਿੰਦੇ ਆ, ਸਦਾ ਹੀ। ਉਹ ਅਕਾਲ ਪੁਰਖ ਦਾ ਜਸ ਕਰਕੇ ਸਦਾ ਹੀ ਨਿਹਾਲ। ਨਿਹਾਲ ਕਿਹਨੂੰ ਕਹਿੰਦੇ ਆ? ਨਿਹਾਲ ਕਹਿੰਦੇ ਆ ਜਿਹੜਾ ਸਰਬ ਪ੍ਰਕਾਰ ਕਰਕੇ ਸੰਤੁਸ਼ਟ ਹੋ ਜਾਏ, ਜਿਹਨੂੰ ਕੋਈ ਕਾਂਖਾ, ਕੋਈ ਕਾਮਨਾ, ਕੋਈ ਇੱਛਾ, ਕੋਈ ਖਵਾਸ਼ ਬਾਕੀ ਨਾ ਰਹੇ, ਉਹਨੂੰ ਕਹਿੰਦੇ ਨੇ ਨਿਹਾਲ ਹੋ ਜਾਣਾ। ਹਰੀ ਦੇ ਸੰਤ ਜਨ ਹਰੀ ਦਾ ਜਸ ਕਰਕੇ ਸਦਾ ਲਈ ਨਿਹਾਲ ਹੋ ਗਏ ਨੇ। ਜਸ ਕਰਤੇ ਸੰਤ ਸਦਾ ਨਿਹਾਲ। ਨਿਰੰਕਾਰ ਦਾ ਜਸ ਕਰਦਿਆਂ ਰੱਬ ਦੇ ਪਿਆਰੇ ਸੰਤ ਜਨ ਸਦਾ ਲਈ ਨਿਹਾਲ ਤੇ ਸੰਤੁਸ਼ਟ ਹੋ ਗਏ ਹਨ। ਨਾਮ ਰੰਗ ਜਨ ਰਹੇ ਅਗਾਏ। ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਰੱਬ ਦੇ ਪਿਆਰੇ ਜਨ ਸਦਾ ਤ੍ਰਿਪਤ ਰਹਿੰਦੇ ਹਨ। ਤ੍ਰਿਪਤ, ਅਗਾਏ ਦਾ ਮਤਲਬ ਹੁੰਦਾ ਰਾਜੇ ਹੋਏ, ਤ੍ਰਿਪਤ ਰਹਿੰਦੇ ਨੇ ਪਰਮੇਸ਼ਰ ਦੀ ਭਗਤੀ ਤੇ ਨਾਮ ਦੇ ਰੰਗ ਵਿੱਚ ਰੰਗੇ ਹੋਏ। ਨਾਨਕ ਤਿਨ ਜਨ ਲਾਗੈ ਪਾਏ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਧਰਨ ਗਗਨ ਨਭ ਖੰਡ ਮੈਂ ਜੋਤ ਸਭ ਰੂਪੀ ਰਹਿਓ ਭਰ, ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਐਸੇ ਦੀਨ ਦਿਆਲ ਸਤਿਗੁਰੂ ਫਰਮਾਉਂਦੇ ਨੇ, ਨਾਨਕ ਤਿੰਨ ਜਨ ਲਾਗੈ ਪਾਏ। ਉਹ ਜਿਹੜੇ ਰੱਬ ਦੇ ਪਿਆਰੇ ਪਰਮੇਸ਼ਰ ਦੀ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਨੇ, ਮੈਂ ਤਿਨਾਂ ਦੇ ਚਰਨੀ ਲੱਗਦਾ ਹਾਂ, ਤਿਨਾਂ ਦੇ ਚਰਨਾਂ ਤੇ ਪ੍ਰਣਾਮ ਕਰਦਾ ਹਾਂ, ਨਮਸਕਾਰ ਕਰਦਾ ਹਾਂ। ਨਾਨਕ ਦਾਸ ਇਹ ਸੁਖ ਮੰਗੈ ਮੋਕਉ ਕਰ ਸੰਤਨ ਕੀ ਧੂਰੇ। ਰੱਬ ਦੇ ਪਿਆਰਿਆਂ ਮਹਾਂਪੁਰਸ਼ਾਂ ਸਾਧੂਆਂ ਦੇ ਚਰਨਾਂ ਤੇ ਪ੍ਰਣਾਮ ਹੈ, ਨਮਸਕਾਰ ਹੈ, ਜਿਹੜੇ ਅੱਠੇ ਪੈਰ ਪਰਮੇਸ਼ਰ ਦੀ ਬੰਦਗੀ ਕਰਦੇ। ਮਾਂ ਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਇੱਕ ਜਗ੍ਹਾ ਤੇ ਬੜੇ ਸੁੰਦਰ ਬਚਨ ਕਹੇ ਹਨ। ਉਹ ਕਹਿੰਦੇ,
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਹੁਣ ਤੱਕ, ਅੱਜ ਦੇ ਇਸ ਵਰਤਮਾਨ ਦੇ ਸਮੇਂ ਤੱਕ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਜਿਤਨੇ ਵੀ ਸਿੱਖ, ਜਿਤਨੇ ਵੀ ਸੇਵਕ ਮਹਾਰਾਜ ਜੀ ਦੀ ਬੰਦਗੀ ਦੇ ਰੰਗ ਵਿੱਚ ਰੰਗੇ ਹੋਏ ਨੇ, ਹੁਣ ਵਰਤਮਾਨ ਦੇ ਸਮੇਂ ਵਿੱਚ ਵੀ ਜਿਤਨੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਵੀ ਜਿਤਨੇ ਹੋਣਗੇ, ਮੈਂ ਉਹਨਾਂ ਸਾਰਿਆਂ ਦੇ ਚਰਨਾਂ ਤੇ ਪ੍ਰਣਾਮ ਤੇ ਨਮਸਕਾਰ ਕਰਦਾ ਹਾਂ। ਕੈਸਾ ਵਿਸ਼ਾਲ ਦ੍ਰਿਸ਼ਟੀਕੋਣ, ਜਿੰਨੇ ਪਹਿਲਾਂ ਸੀ ਉਹਨਾਂ ਨੂੰ ਵੀ, ਜਿੰਨੇ ਹੁਣ ਨੇ ਉਹਨਾਂ ਨੂੰ ਵੀ, ਜਿੰਨੇ ਆਉਣ ਵਾਲੇ ਸਮੇਂ ਵਿੱਚ ਵੀ ਹੋਣਗੇ, ਸਭ ਨੂੰ ਪ੍ਰਣਾਮ, ਸਭ ਨੂੰ ਨਮਸਕਾਰ। ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਨ, ਇਹੋ ਜਿਹੇ ਬਖਸ਼ਿਆਂ ਹੋਇਆਂ ਦਾ ਮੇਲਾ ਸਤਿਗੁਰੂ ਸਾਨੂੰ ਬਖਸ਼ਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਅਰਦਾਸ ਜੀਓ ਪਿੰਡ ਸਭ ਤੇਰੇ, ਤੁਮ ਮਾਤ ਪਿਤਾ ਹਮ, ਤੁਮਰੇ ਕਿਰਪਾ ਮਹਿ ਸੁਖ, ਕੋਇ ਨ ਜਾਣੈ ਤੁਮਰਾ, ਊਚੇ ਤੇ ਊਚਾ, ਸਗਲ ਸਮਗਰੇ ਤੁਮਰੈ, ਤੁਮ ਤੇ ਹੋਇ ਸੋ, ਤੁਮਰੀ ਗਤ ਮਿਤ ਤੁਮਹਿ, ਨਾਨਕ ਦਾਸ ਸਦਾ। ਬੋਲੋ ਜੀ ਵਾਹਿਗੁਰੂ, ਇੱਕ ਓੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੇ ਜੀ ਸਹਾਇ, ਵਾਰ ਸ੍ਰੀ ਭਗਉਤੇ ਜੀ ਕੇ ਪਾਤਸ਼ਾਹੀ ਦਸਵੇਂ। ਪ੍ਰਥਮ ਭਗਉਤੇ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਇ ਸਹਾਇ। ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ, ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੇ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਨਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਜੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ,
ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੇ ਤਿਨਾਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੇ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਧੰਨ ਧੰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜੂਰ ਅੰਮ੍ਰਿਤ ਵੇਲੇ ਦੇ ਸੱਚਖੰਡ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਸੰਪੂਰਨ ਆਸਾ ਦੀਵਾਰ 6 ਪੌੜੀਆਂ ਆਨੰਦ ਸਾਹਿਬ ਦੀਆਂ ਗਾਇਨ ਹੋਈਆਂ ਉਪਰੰਤ ਆਪ ਜੀ ਵੱਲੋਂ ਅੰਮ੍ਰਿਤ ਵੇਲੇ ਬਖਸ਼ਿਸ਼ ਹੋਏ ਮੁਖਵਾਕ ਲੜੀਵਾਰ ਸ਼ਬਦ ਦੀ ਕਥਾ ਵਿਚਾਰ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਤੋਂ ਹੋਈਆਂ ਭੁੱਲਾਂ ਦੀ ਖਿਮਾ ਕਰਨੇ ਅੱਗੇ ਤੋਂ ਸਮਤ ਬਖਸ਼ਣੇ ਸ਼ੁੱਧ ਸੇਵਾ ਕਰਨ ਦਾ ਗੁਰਬਾਣੀ ਸ਼ੁੱਧ ਪੜਨ ਦਾ ਬਲ ਬੋਧ ਬਖਸ਼ਿਸ਼ ਕਰਨਾ ਪੜੀ ਸੁਣ ਗੁਰਬਾਣੀ ਦਾ ਭਾਵ ਸੰਗਤ ਨੂੰ ਬਖਸ਼ ਕੇ ਸਭਨਾ ਘਰਾਂ ਪਰਿਵਾਰਾਂ ਅੰਦਰ ਆਪਸ ਵਿੱਚ ਮੇਲ ਇਤਫਾਕ ਚੜ੍ਹਦੀ ਕਲਾ ਦੇ ਜੀਵਨ ਦੇ ਰੋਗਤਾ ਤੰਦਰੁਸਤੀ ਦੇ ਦਾਤ ਬਖਸ਼ਿਸ਼ ਕਰਨੇ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਕਰੋ ਸਿੱਖੇ ਸਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੋ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਫਲ ਕਰਨੇ ਆਪ ਜੀ ਦੇ ਬਖਸ਼ੇ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸਾਦ ਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਅਰਦਾਸਾਂ ਜੋਦੜੀਆਂ ਦਰ ਪ੍ਰਵਾਨ ਕਰਦੇ ਆ ਇਲਾਹੀ ਫਰਮਾਨ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਏ ਅਕਾਲ ਕੇ ਸਭ ਸਿੱਖਨ ਕੋ ਹੁਕਮ ਹੈ
ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ खुआर होए सब मिलाएंगे राज करेगा खालसा खुआर होए सब मिलाएंगे बोले सो निहाल। वाहेगुरु जी का खालसा वाहेगुरु जी की फतेह। सतनाम श्री वाहिगुरु साहिब जी। कन हर बूंद बसोरो मावल कुसुम बसंत गनंत नयावै। रव सस किरण उदर सागर को गंग तरंग अंत को पावै। रुद्र ध्यान ज्ञान सतगुर के कब जन भल उन्हें जो गावै। भले अमरदास गुण तेरे तेरी उपमा तोहे बन आवै। भले अमरदास गुण तेरे तेरी उपमा तोहे बन आवै। सो कहो टल गुर सेविया अहनस सहज दर्शन परसै गुरु कै जन्म मरण दुख। होवै सिफत खसमदि नूर अरसाह कुरसाह। तुद डिठे सच्चे पातशाह मल जन्म जन्म दे। सज्जन सच्चा पातशाह सिर साहांद। जिस पास बैठया सोहिया सभना दा। सतनाम श्री वाहिगुरु साहिब जी। राग बिहागड़ा छंत महला चौथा घर पहला। एक ओंकार सतगुर प्रसाद। हर हर नाम ध्याइयै मेरी जिंदुड़िए गुरमुख नाम अमोले राम। हर रस बीदा हर मन प्यारा मन हर रस नाम चकोले राम। हर हर नाम ध्याइयै मेरी जिंदड़िए गुरमुख नाम अमोले राम। हर रस बीदा हर मन प्यारा मन हर रस नाम चकोले राम। गुरमत मन ठहराइए मेरी जिंदड़िए अनत न काहू डोले राम। मन चिंदियाड़ा फल पाया हर प्रभ गुण नानक बाणी बोले राम। गुरमत मन अमृत उठड़ा मेरी जिंदड़िए
ਮੁਖ ਅੰਮ੍ਰਿਤ ਬੈਣ ਅਲਾਏ RAM ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ ਮਨ ਸੁਣੀਐ ਹਰ ਲਿਵ ਲਾਏ RAM ਚਿਰੀ ਵਿਛੁੰਨਾ ਹਰ ਪ੍ਰਭ ਪਾਇਆ ਗਲ ਮਿਲਿਆ ਸਹਿਜ ਸੁਭਾਏ RAM ਜਨ ਨਾਨਕ ਮਨ ਅਨੰਦ ਭਇਆ ਹੈ ਮੇਰੀ ਜਿੰਦੜੀਏ ਅਨਹਤ ਸ਼ਬਦ ਬਜਾਏ RAM ਸਖੀ ਸਹੇਲੀ ਮੇਰੀਆ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਆਣ ਮਿਲਾਵੇ RAM ਹਉ ਮਨ ਦੇਵੋ ਤਿਸ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ RAM ਗੁਰਮੁਖ ਸਦਾ ਆਰਾਧ ਹਰ ਮੇਰੀ ਜਿੰਦੜੀਏ ਮਨ ਚੰਦਿਆੜਾ ਫਲ ਪਾਵੇ RAM ਨਾਨਕ ਭਜ ਹਰ ਸਰਣਾਗਤੀ ਮੇਰੀ ਜਿੰਦੜੀਏ ਵਡ ਭਾਗੀ ਨਾਮ ਧਿਆਵੇ RAM ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਪ੍ਰਗਾਸੇ RAM ਹਉ ਹਰ ਬਾਜ ਉਡੀਣੀਆਂ ਮੇਰੀ ਜਿੰਦੜੀਏ ਜਿਉ ਜਲ ਬਿਨ ਕਮਲ ਉਦਾਸੇ RAM ਗੁਰਪੂਰੈ ਮਿਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸੇ RAM ਧੰਨ ਧੰਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਵਿਗਾਸੇ RAM ਗੁਰਪੂਰੈ ਮਿਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸੇ RAM ਧੰਨ ਧੰਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਬਿਗਾਸੇ RAM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।